ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਹਾਂਜੀ ਜੌਲ ਸਾਹਿਬ, ਵੈਰੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜੀ ਚਾਵਲਾ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ। ਤੇ ਜਿਹੜੇ ਪ੍ਰੋਗਰਾਮਾਂ ਨੂੰ ਸਰੋਤੇ ਤੇ ਦਰਸ਼ਕ ਜੁੜਦੇ ਆ ਨਾ, ਪਸੰਦ ਕਰਦੇ ਆ, ਸਰਕਾਰਾਂ ਦੇ ਕੰਨ ਵੀ ਉਹਨਾਂ ਵੱਲ ਲੱਗੇ ਹੁੰਦੇ ਆ। ਇਸ ਕਰਕੇ ਜੋ ਗੱਲ ਪ੍ਰੋਗਰਾਮਾਂ 'ਚ ਚਰਚਾ 'ਚ ਹੁੰਦੀ ਆ, ਨੈਚੁਰਲੀ ਉੱਥੇ ਤੱਕ ਪਹੁੰਚ ਜਾਂਦੀ ਹੈ। ਤੁਸੀਂ ਬਿਲਕੁਲ ਠੀਕ ਆਖਿਆ ਜੀ। ਹਾਂਜੀ, ਤੇ ਅਸਰ ਵੀ ਉਹਦਾ ਹੁੰਦਾ ਹੈ ਜੀ। ਹਾਂ ਨਹੀਂ ਬਿਲਕੁਲ, ਦੇਖੋ ਅਸਰ ਤੇ ਹੁਣ ਸੰਗਤ ਤੇ ਦਰਸ਼ਕਾਂ ਦਾ, ਇਹ ਸਰੋਤਿਆਂ ਦਾ ਪਿਆਰ ਤੇ ਉਹਨਾਂ ਦੇ ਸਹਿਯੋਗ ਸਦਕਾ ਆ, ਹੈ ਨਾ ਜੀ। ਜੀ ਜੀ। ਹੁਣ ਤੁਸੀਂ ਦੇਖੋ ਕਿ ਰੰਗਲਾ ਪੰਜਾਬ ਰੇਡੀਓ ਪ੍ਰੋਗਰਾਮ ਕਿੱਥੋਂ ਸ਼ੁਰੂ ਹੋਇਆ, ਟੈਲੀਵਿਜ਼ਨ ਬਣਿਆ, ਦਹਾਕਿਆਂ ਤੋਂ ਸਫ਼ਰ ਜਾਰੀ ਹੈ। ਤੇ ਇੰਨਾ ਲੰਬਾ ਸਫ਼ਰ ਜਿਹੜਾ ਜੀ ਸਰੋਤਿਆਂ ਦਰਸ਼ਕਾਂ ਦੇ ਪਿਆਰ ਤੋਂ ਬਿਨਾਂ ਤੈਅ ਕਰਨਾ ਔਖਾ ਹੈ। ਜਿਹਦੇ ਵਿੱਚ ਸਾਡੀ ਆਪਣੀ ਬਹੁਤ ਮਿਹਨਤ ਜੁੜੀ ਹੋਈ ਹੈ। ਬਿਲਕੁਲ ਕੁੱਲ ਮਿਲਾ ਕੇ ਇਹ ਹੈ ਜੀ ਕਿ ਆਪਾਂ ਇਹ ਟੀਚਾ ਰੱਖਿਆ ਵੀ ਜਸਟ ਗੱਲਾਂ ਹੀ ਨਹੀਂ ਕਰਨੀਆਂ, ਕੰਮ ਕਰਨੇ ਨੇ। 1.25 ਲੱਖ ਇੱਕ ਵੀ ਬੰਦਾ ਸਿੱਧੇ ਰਾਹ ਤੁਰਿਆ ਰਵੇ, ਕੋਈ ਉਹ ਨਤੀਜੇ ਡਿਲੀਵਰ ਕਰ ਸਕਦਾ। ਸਾਡੇ ਕੋਲ ਪੂਰੀ ਲਿਸਟ ਹੈ ਜੀ, ਡੈਫੀਨੇਟਲੀ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਜੋ ਕੱਲ ਘਟਨਾ ਘਟੀ ਹੈ ਮੀਡੀਆ ਦੇ ਵਿੱਚ, ਦੀਪਕ ਪੁੰਜ, ਉਹਨਾਂ ਦੇ ਉੱਤੇ ਹਮਲਾ ਹੋਇਆ ਹੈ। ਮੀਡੀਆ ਦੇ ਉੱਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਅਟੈਕ ਹੁੰਦਾ, ਵੇਖੋ ਜਦੋਂ ਕੋਈ ਵਿਚਾਰ ਚਰਚਾ ਕਰਦਾ, ਤੁਸੀਂ ਉਹਦੇ ਵਿਚਾਰਾਂ ਨਾਲ ਸਹਿਮਤ ਹੋ ਚਾਹੇ ਨਹੀਂ ਹੋ। ਕੈਨੇਡਾ ਵਰਗੇ ਮੁਲਕ ਦੇ ਵਿੱਚ ਅੰਡਰ CRT ਰੂਲ ਐਂਡ ਰੈਗੂਲੇਸ਼ਨ ਤੁਸੀਂ ਉਹਨਾਂ ਨੂੰ ਲੈਟਰ ਪਾ ਸਕਦੇ ਹੋ, ਉਹਨਾਂ ਨੂੰ ਚਾਰਜ ਕਰਵਾ ਸਕਦੇ ਹੋ ਜਾਂ ਕੇਸ ਕਰ ਸਕਦੇ ਹੋ ਜਾਂ ਵਾਟ ਐਵਰ ਚੈਲੰਜ ਕਰ ਸਕਦੇ ਹੋ ਵੀ ਤੁਹਾਡੇ ਵਿਚਾਰ ਜਿਹੜੇ ਨੇ ਉਹ ਸਾਰੀਆਂ ਭਾਵਨਾਵਾਂ ਨੂੰ ਹਰਟ ਕਰਦੇ ਨੇ। ਇਸ ਤਰ੍ਹਾਂ ਅਟੈਕ ਕਰਨਾ ਪਰਸਨਲੀ, ਫਿਜ਼ੀਕਲੀ, ਉਹ ਅਸੀਂ ਪਰਸਨਲ ਤੌਰ 'ਤੇ ਜਿੱਥੇ ਦੀ ਨਿਖੇਧੀ ਕਰਦੇ ਹਾਂ, ਉੱਥੇ ਮੰਗ ਵੀ ਕੀਤੀ ਜਾਂਦੀ ਹੈ ਕਿ ਜਿਹੜੇ ਹਮਲਾਵਰ ਨੇ ਉਹਨਾਂ ਦਾ ਪਤਾ ਕਰਕੇ ਅਤੇ ਇਹਦਾ ਜਿਹੜਾ ਹੈ ਖੁਰਾ ਖੋਜ ਲਾ ਕੇ ਅਤੇ ਜਿਹੜੀਆਂ ਨੇ ਬਣਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ, ਤਾਂ ਕਿ ਅਗਾਂਹ ਤੋਂ ਵੇਖੋ ਵਿਚਾਰਾਂ ਦੀ ਆਜ਼ਾਦੀ ਹੈ, ਪਰ ਇੰਨੀ ਵੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਕਿਸੇ ਦੀਆਂ ਭਾਵਨਾਵਾਂ ਨੂੰ ਬਿਨਾਂ ਵਜ੍ਹਾ ਤੋਂ ਠੇਸ ਪਹੁੰਚਾਈਏ ਅਤੇ ਕੋਈ ਇਹ ਕਰਮ ਕਰਨ ਤੱਕ ਜਿਹੜਾ ਹੈ ਮਜਬੂਰ ਹੋਵੇ। ਪਰ ਕਾਨੂੰਨ ਹੈ ਉਹਨੂੰ ਹੱਥਾਂ 'ਚ ਨਹੀਂ ਲੈਣਾ ਚਾਹੀਦਾ। ਕੀ ਕਹਿਣਾ ਚਾਹੋਗੇ? ਚਾਵਲਾ ਜੀ ਬਿਲਕੁਲ, ਦੇਖੋ ਜੀ ਵੀ ਇਹ ਪੀਲ ਪੁਲਿਸ ਇਨਵੈਸਟੀਗੇਟ ਕਰ ਰਹੇ ਆ ਜੋ ਕੁਝ ਵੀ ਇਹ ਵਾਪਰਿਆ। ਕੱਲ ਜਦੋਂ ਦੀਪਕ ਪੁੰਜ ਹੋਣਾ ਨੇ ਆਪਣਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਸੀ, ਉਸ ਤੋਂ ਪਹਿਲਾਂ ਜਦੋਂ ਸਟੂਡੀਓ ਪਹੁੰਚੇ ਆ ਤੇ ਉਸ ਵੇਲੇ ਲੱਗ ਰਿਹਾ ਵੀ ਜੋ ਕੁਝ ਵੀ ਇਹ ਵਾਪਰਿਆ ਹੋਇਆ ਵੀ ਇਹ ਪਲੈਨਿੰਗ ਦੇ ਨਾਲ ਟਾਰਗੇਟ ਕਰਕੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਹੀ ਹੋਇਆ ਜੀ। ਜੀ ਜੀ। ਔਰ ਇੱਥੋਂ ਤੱਕ ਵੀ ਪਤਾ ਲੱਗਾ ਵੀ ਜਿਹੜੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਸਰਕੂਲੇਟ ਹੋਈ ਆ ਵੀ ਜਾਨੀ ਅਟੈਕਰਸ ਨੇ ਖੁਦ ਬਣਾ ਕੇ ਉਹ ਸੋਸ਼ਲ ਮੀਡੀਆ ਤੇ ਪਾਈ ਹੋ ਸਕਦੀ ਆ। ਜੀ 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 ਹਨਾ। ਤੇ ਉਹਦੇ ਵਿੱਚ ਜਾਨੀ ਕਿੰਨੇ ਫਰਾਈਟਨਡ ਜਿਹੜੇ ਜੀ ਮਿਸਟਰ ਪੁੰਜ ਉਹ ਨਜ਼ਰ ਆ ਰਹੇ ਆ ਤੇ ਉਹਨਾਂ ਨੇ ਬੜਾ ਭੱਜ ਕੇ ਕਹਿ ਲਓ ਕਿ ਆਪਣੇ ਆਪ ਨੂੰ ਡਿਫੈਂਡ ਕੀਤਾ। ਸੋ ਲੇਕਿਨ ਕਿ ਵੀ ਇਸ ਅਟੈਕ ਦੇ ਵਿੱਚ ਵੈਸੇ ਪਤਾ ਤੇ ਇਹ ਵੀ ਲੱਗਾ ਸੀਗਾ ਵੀ ਬੀਅਰ ਦੀ ਬੋਤਲ ਦੇ ਨਾਲ ਵੀ ਉਹਨਾਂ ਤੇ ਅਟੈਕ ਹੋਇਆ ਤੇ ਗਨ ਵੀ ਜਿਹੜੀ ਆ ਉਹਨਾਂ ਨੂੰ ਦਿਖਾਈ ਗਈ ਆ। ਪਰ ਇਹ ਤੁਹਾਡੀ ਗੱਲ ਬਿਲਕੁਲ ਠੀਕ ਲੱਗ ਰਹੀ ਆ ਵੀ ਉਹਨਾਂ ਨੂੰ ਥੜਕਾਉਣ ਤੇ ਉਹਨਾਂ ਨੂੰ ਡਰਾਉਣ ਦੇ ਤਰੀਕੇ ਸਲੀਕੇ ਇਹ ਜਾਪਦੇ ਨੇ। ਕੁੱਲ ਮਿਲਾ ਕੇ ਇਹ ਆ ਜੀ ਵੀ ਜੇ ਅਸੀਂ ਕਿਸੇ ਨਾਲ ਸਹਿਮਤ ਨਹੀਂ ਤੇ ਅਸੀਂ ਕੈਨੇਡਾ ਦੇ ਵਿੱਚ, ਹਾਂ ਕੈਨੇਡਾ ਤੋਂ ਹੁਣ ਗਾਂਹ ਨੰਬਰ 1 ਮੁਲਕ ਹੋਰ ਕਿਹੜਾ ਹੈ ਵੀ ਇੱਥੇ ਜੇ ਅਸੀਂ ਕਹਿੰਦੇ ਹਾਂ ਵੀ ਇਨਸਾਨ ਆ 84 ਲੱਖ ਜੂਨਾਂ ਤੋਂ ਬਾਅਦ ਵੀ ਉਹਨੂੰ ਜ਼ੁਬਾਨ ਮਿਲੀ ਹੋਈ ਹੈ। ਜ਼ੁਬਾਨ ਨਾਲ ਜੇ ਕੋਈ ਕਿਸੇ ਨੂੰ ਜ਼ਖਮੀ ਕਰਦੇ ਨੇ, ਇੰਜਰ ਕਰਦੇ ਨੇ ਤੇ ਉਹਦੇ ਇਲਾਜ ਇੱਥੇ ਸਿਸਟਮਾਂ ਦੇ ਵਿੱਚ ਹੈਗੇ ਨੇ। ਹਾਂਜੀ ਜੀ 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 ਜੀ। ਸੋ ਉਹ ਜਿਹੜੇ ਡਿਫਰੈਂਸ ਆਫ ਓਪੀਨੀਅਨ ਉਹ ਗੱਲ ਇੱਕ ਵੱਖਰੀ ਆ, ਪਰ ਜਿਹੜੀ ਇਹ ਵਾਇਲੈਂਸ ਆ ਨਾ ਜੀ ਵੀ ਇਹਨਾਂ ਸੁਸਾਇਟੀਜ਼ ਦੇ ਵਿੱਚ ਉਹ ਬਿਲਕੁਲ ਐਕਸੈਪਟੇਬਲ ਨਹੀਂ ਹੈਗੀ। ਉਹ ਵੀ ਉਦੋਂ ਜਦੋਂ ਕਿ ਜਿਹੜਾ ਉਹ ਅਟੈਕਰ ਆ ਬਿਲਕੁਲ ਯੰਗ ਲੱਗ ਰਿਹਾ, ਯੂਥ ਲੱਗ ਰਿਹਾ ਤੇ ਲੱਗ ਨਹੀਂ ਰਿਹਾ ਵੀ ਉਹ ਆਪਣੇ ਕਿਸੇ ਵਿਚਾਰ ਦਾ ਬਦਲਾ ਲੈ ਰਿਹਾ। ਮਤਲਬ ਲੱਗ ਰਿਹਾ ਵੀ ਉਹ ਇਸ ਪਲੈਨਿੰਗ ਦੇ ਵਿੱਚ ਸਾਜ਼ਿਸ਼ ਦਾ ਕੋਈ ਹਿੱਸਾ ਹੀ ਬਣਾਇਆ ਗਿਆ ਅਟੈਕ ਕਰਨ ਦੇ ਵਾਸਤੇ ਜਸਟ। ਪਰ ਅਸੀਂ ਕੋਈ ਸਪੈਕੂਲੇਟ ਨਹੀਂ ਗੱਲ ਕਰਨਾ ਚਾਹੁੰਦੇ ਜਸਟ ਕਿਉਂਕਿ ਪੁਲਿਸ ਅਜੇ ਇਨਵੈਸਟੀਗੇਟ ਕਰ ਰਹੇ ਨੇ ਤੇ ਇਹਦੇ ਡੀਟੇਲ ਜਿਹੜੇ ਆਉਣੇ ਬਾਕੀ ਆ ਨੇ। ਉਹ ਵੀਡੀਓ ਸਾਡੇ ਤੱਕ ਵੀ ਪਹੁੰਚੀ ਹੈ, ਪਰੰਤੂ ਵੈਸੇ ਅਸੀਂ ਲਾਈ ਨਹੀਂ ਕਿਉਂਕਿ ਪੁਲਿਸ ਇਹਦੀ ਤਹਿ ਤੱਕ ਜਾਵੇ, ਹੈ ਨਾ। ਅਤੇ ਕਿਉਂਕਿ ਸਾਡੀਆਂ ਕੁਝ ਰੂਲ ਐਂਡ ਰੈਗੂਲੇਸ਼ਨ ਨੇ, ਭਾਵੇਂ ਕਿ IPTV ਬਾਕਸ 'ਤੇ YouTube Facebook 'ਤੇ ਉਹ ਚਰਚਾ ਦੇ ਵਿੱਚ ਹੈ, ਪਰ ਅਸੀਂ ਅਵੋਇਡ ਕਰਾਂਗੇ। ਮੈਂ ਖੁਦ ਹਾਲਾਤ ਜਾਣਨ ਵਾਸਤੇ ਦੀਪਕ ਪੁੰਜ ਹੁਣਾਂ ਨੂੰ ਉਹਨਾਂ ਦੇ ਮੈਸੇਜ ਛੱਡਿਆ ਹੈ। ਸੋ ਦੁਆ ਕਰਦੇ ਹਾਂ ਕਿ ਤੰਦਰੁਸਤ ਹੋਣ। ਵੇਖੋ ਜੀ ਵਿਚਾਰਾਂ ਦਾ ਵਖਰੇਵਾ ਹੋਣਾ, ਸਾਡੇ ਨਾਲ ਬਹੁਤ ਸਾਰੇ ਦਾ ਵਿਚਾਰ ਨਹੀਂ ਰਲਦੇ। ਮਤਲਬ ਮੈਂ ਸਮਝਦਾ ਕਿ 25% ਮੇਰੇ ਨਾਲ ਵਿਚਾਰ ਵੀ ਨਹੀਂ ਰਲਦੇ ਹੋਣਗੇ, ਬਾਕੀ ਸਾਰੇ ਹੋ ਸਕਦਾ ਕਿ ਸਾਡੀ ਉਲਟੀ ਹੋਣ, ਕਿਉਂਕਿ ਸੱਚ ਕਿਸੇ ਵੇਲੇ ਕੌੜਾ ਬਹੁਤ ਜ਼ਿਆਦਾ ਹੁੰਦਾ। ਸੋ ਜੇ ਕਿਸੇ ਨੂੰ ਕਿਸੇ ਦੀ ਗੱਲ ਚੰਗੀ ਨਹੀਂ ਲੱਗਦੀ ਤਾਂ ਮਤਲਬ ਅੰਡਰ ਰੂਲ ਐਂਡ ਰੈਗੂਲੇਸ਼ਨ CRTC, ਕਿਉਂਕਿ ਜਿਸ ਵੀ ਰੇਡੀਓ ਬ੍ਰੋਡਕਾਸਟ ਕਰਦੇ ਨੇ ਉੱਥੇ ਸਾਡੇ ਹੀ ਨਿਯਮ ਲੱਗਦੇ ਨੇ ਕੈਨੇਡਾ ਦੇ। ਹਾਂਜੀ, ਤੁਸੀਂ ਉਹਨਾਂ ਨੂੰ ਚਿੱਠੀ ਪਾ ਸਕਦੇ ਹੋ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਸੋ ਫਿਜ਼ੀਕਲੀ ਇਸ ਤਰ੍ਹਾਂ ਦੇ ਅਟੈਕ ਜਾਂ ਗਨ ਦਿਖਾਉਣਾ ਜਾਂ ਧਮਕਾਉਣਾ ਜਾਂ ਬੀਅਰ ਦੇ ਨਾਲ ਵਾਰ ਕਰਨਾ
नुकसान पहुँचाना ये मतलब बड़ी एक दुखदाई घटना है जी। खैर अगे बढ़ते हैं दोस्तों, वॉइस ऑफ सिटी 1320 AM ते दुआ करते हाँ कि पुंछ साहब चढ़ती कला दे विच होणगे और तंदुरुस्त होकर अपना प्रोग्राम अज करनगे। सो अगला मेरा जिहड़ा है सुनेहा है बड़े दुखी हिरदे नाल, मीरी दी एक बहुत जानी पहचानी शख्सियत मीरी दा थम। हाँ जी, लोग कारां रोक के जिहड़ा सी एयरपोर्ट तो फेर नहीं सी चुकते, कन्नी जी मार जांदे हुंदे सी भी अज प्रोग्राम होना शाम नूं सुनना है। मैं गल कर रहा हाँ सांझ सवेरा अखबार ਅਤੇ ਅਣਖੀਲਾ ਪੰਜਾਬ ਤੋਂ ਵੀਰੇ ਵੀਰ ਸਰਦਾਰ ਸੁਖਵਿੰਦਰ ਸਿੰਘ ਹੰਸਰਾ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਇਸ ਵੀਕਐਂਡ 'ਤੇ ਹੋਣੀਆਂ ਨੇ। ਸੰਡੇ ਵਾਲੇ ਦਿਨ 27 ਫਰਵਰੀ ਨੂੰ ਬਰੈਂਪਟਨ ਕ੍ਰੈਮੇਟੋਰੀਅਮ ਸੈਂਟਰ ਦੇ ਵਿੱਚ 1 ਵਜੇ ਤੋਂ ਲੈ ਕੇ ਜਿਹੜਾ ਹੈ ਉਹ 3:30 ਵਜੇ ਤੱਕ ਦਾ ਸੰਸਕਾਰ ਹੋਵੇਗਾ। और उस तो बाद डिक्सी रोड गुरुद्वारा साहब, इस गुरुद्वारा साहब की बिल्डिंग के विच भी मुढ़ले जेकर फाउंडर मैंबरां दे विच गल करिए तो इत्थे भी योगदान वड्डा है और कबड्डी दे विच बड़ा वड्डा योगदान है। नैट्रो पंजाबी स्पोर्ट्स क्लब के बहुत मतलब मैं समझदा कि जदों असीं उन्हां नूं उन्हां दिनां 'च वेखदे सां कि कबड्डी दे ਲਈ दिन रात एक कीता हुंदा सी और सब तो पहला टूरनामेंट कराउण वाली जिहड़ी टीम उहदे विच भी सेरा सरदार सुखविंदर सिंह हंसरा हुणां नूं जांदा है। और अनखीला पंजाब TV, अनखीला पंजाब रेडियो किसी जान पहचान का मुहताज नहीं है। सो उन्होंने जी है श्रद्धांजलि अर्पण की जाएगी डिक्सी रोड गुरुद्वारा साहब के विच। और वधेरे जानकारी वास्ते मैं उन्होंने स्टाइल के उन्होंने नंबर दे दिना, उन्होंने बड़े बेटे को होगा हरप्रीत को 905 455 99 99 905 455 9999। सरदार जी इन्होंने लफ्ज़ों के नाल ही तुहानूं श्रद्धांजलि अर्पण करते हैं और तुहाडी कार जिहड़ी है हमेशा रड़कती रहेगी मीडिया दे विच। सो ये सन सरदार सुखविंदर सिंह हंसरा होना दे प्रति सुनेहा जो दुखी हिरदे नाल असीं दिता है। सो अगला मेरा क्वेश्चन, तीसरी जंग वल वध रहा है संसार। रूस ने यूक्रेन ते आखिर जिहड़ा हमला कर दिता है, पता लगा है 11 शहरों के विच तबाही हुई है। वैसे घटना वध भी सकती है, घट भी हो सकती है, क्योंकि जो उत्थों का मीडिया लिख रहा ताज़ा हालात जिहड़े ने काफ़ी गंभीर ने। यूक्रेन ने दावा किया है जॉल साहब कि रूसी हमले दे विच 300 तो उत्ते लोग मारे गए ने ते कई जख्मी ने। किधर नूं जावेगा ये रुख हुण? चलो जी भी हाल की घड़ी ते एस्केलेट ही हो रहा सब कुछ। देखो हुण तक अपनी जां अपने तो पहलां ਦੀਆਂ ਜਿਹੜੀਆਂ जनरेशन आ भी ਆਪਾਂ ਇਹ संसार जंगां ਦੀ ਗੱਲ सुनते आ रहे हैं। वर्ल्ड वार 1 ਹੋਈ जी, 2 ਹੋਈ जी, ਆਪਾਂ हर साल अपने वैटरन्स ਨੂੰ रिमैंबरेंस डे याद करते हैं। एक बार फिर जानी कि भी ये अपने कह लो भी इस धरती ते हुंदियां समय के दौरान ये तीसरे कोई महायुद्ध वाल नूं वध रही इस धरती ते संसार जाप रहा हाल की घड़ी। सो जे इस एस्केलेशन नूं जिहड़ा जी भी डिप्लोमेसी दे नाल आउण वाले समय दे विच कंट्रोल ना किया जा सकिया तो फिर आपां देखते हैं कि हालात बद तो बदतर होणगे। सो हाल की घड़ी ये है जी अपने तरीके दे नाल ये जिहड़ी बयानबाजी आ यूक्रेन तो उन्हां दे सूत्रां दे नाल वक्रे तौर पर आ रही है, रशिया तो अपने सूत्रां दे नाल वक्रे तौर पर आ रही है। रशिया जस्ट इहनूं एक फौजी ऑपरेशन दस रहे ने, बाकी दा संसार इस नूं जी भी ये इन्वेजन मान रहे ने, एक तरीके नाल जंग ही लैके चलिया जा रहा है। सो जिहड़ा हुण मल्टीपल डायरैक्शनस तो अटैक जिहड़ा जी भी ये कोआर्डीनेटेड किया गया ते पहलां तो सीगा भी वो 2 एरियाज नूं टारगेट करना चाहुंदे आ, पर हुण जिहड़ा जी भी कैपिटल कीव तक भी पहुंचया गया, उत्थे भी जिहड़ा जी एक्सप्लोजनस आ वो सुने गए आ। भावें कि जिस तरह तुसीं दस्सिया जी भी ये दावा हैगा यूक्रेन प्रेजिडेंट का भी भी असीं नुकसान कीते ने, रशियन फौजां दे 5 प्लेन हैलीकॉप्टर जिहड़े जी भी सुट्टे ने, पर रशिया ने कहा जी भी इस तरह की कोई गल वापरी नहीं है। सो आने वाले दिनों के चलो हैलीकॉप्टर तां जहाज तां उन्होंने गिनने ही पैणगे ना जी भी जे इन्ने गए सी ते मुड़ के किन्ने आए आ। तो लेकिन कि जी भी हाल की घड़ी सब कुछ सिचुएशन जिहड़ी टोटली ये फ्लूइड है, क्योंकि अटैक्स होए ने ते हुण साडे इत्थे दिन चढ़िया ते काफ़ी एक्टिविटी जिहड़ी है जी भी ये नैटो दे विच वैसटर्न कंट्रीज़ दे विच अज देखी जानी है। आस्ट्रेलिया तो कॉन्डमनेशन है जिहड़ी जी भी आ गई आ ते जिहड़ी मीटिंग आ अज G7 कंट्रीज़ दी जिहदे विच कि जस्टिन ट्रूडो होना ने भी शामिल होना। सो हाल की घड़ी किसी तरह की कोई मिलिटरी इन्वॉल्वमेंट होएगी कि नहीं वो बारे कोई गलबात नहीं आ रही ते लेकिन कि इकनॉमिक सैंक्शनस आ जिहड़ियां जी भी ये होर ज़्यादा तिखा ते तेज करने की संभावना हैगी है। सो लग रहा लेकिन कि पहलों के मुकाबले जो रशिया एक स्ट्रोंगर कंट्री होने करके तो चाइना उन्होंने नज़र आ रहा है, फिर उन्होंने बाकी होर यह जे कंट्री नज़र आ रहे हैं जोड़ा कि उन्होंने पिठ ते कर सकते हैं जोड़े वैसटर्न कंट्रीज़ आ, उन्होंने
ਸੋਲਿਡਲੀ ਜਿਹੜਾ ਜੀ ਟੱਕਰ ਦੇਣ ਦੇ ਰੌਂ ਦੇ ਵਿੱਚ ਇਹ ਵਲਾਦੀਮੀਰ ਪੁਤਿਨ ਜਿਹੜੇ ਹਾਲ ਦੀ ਘੜੀ ਜਾਪ ਰਿਹਾ, ਕਿਉਂਕਿ ਜਦੋਂ ਤੋਂ ਸੋਵੀਅਤ ਯੂਨੀਅਨ ਟੁੱਟਿਆ ਸੀਗਾ ਸੋ ਰਸ਼ੀਆ ਕਹਿ ਲਓ ਵੀ ਕਾਫੀ ਆਪਣੇ ਆਪ ਦੇ ਵਿੱਚ ਅਲੱਗ ਥਲੱਗ ਸੀ, ਤੇ ਇਸ ਦੇ ਨਾਲ ਹੀ ਜਿਹੜਾ ਜੀ ਅਮਰੀਕਾ ਉਹਨਾਂ ਦੀ ਸਰਦਾਰੀ ਜਿਹੜੀ ਆ ਥਾਣੇਦਾਰੀ ਉਹ ਲੰਬਾ ਸਮਾਂ ਕਾਇਮ ਰਹੀ ਹੈ। ਲੱਗ ਰਿਹਾ ਕਿ ਇੱਕ ਜਿਹੜਾ ਆਪਣਾ ਉਹ ਬਲੌਕ ਹੈ ਤੜਾ ਸੋਵੀਅਤ ਯੂਨੀਅਨ ਦੇ ਸਟਾਈਲ ਦੇ ਵਿੱਚ ਘੱਟੋ ਘੱਟ ਆਪਣੇ ਜਿਹੜੇ ਨੇਬਰਿੰਗ ਕੰਟਰੀਜ਼ ਹੈਗੇ ਆ ਉਹਨਾਂ ਤੇ ਆਪਣਾ ਦਬਦਬਾ ਬਣਾ ਕੇ ਰੱਖਣਾ ਚਾਹੁੰਦੇ ਆ। ਪਰ ਯੂਕਰੇਨ ਕਿਉਂਕਿ ਇੱਕ ਸੋਵਰਨ ਕੰਟਰੀ ਹੈ ਜੀ, ਵੀ ਉੱਥੇ ਜਿਹੜਾ ਜੀ ਇਹ ਵੈਸਟਰਨ ਕੰਟਰੀਜ਼ ਦਾ ਇੰਟਰਸਟ ਹੈਗਾ। ਉੱਥੇ ਰਸ਼ੀਆ ਦੀ ਫੇਵਰ ਵਾਲੀ ਜਿਹੜੀ ਸਰਕਾਰ ਸੀ 2014 ਦੇ ਵਿੱਚ ਸਿੱਟ ਕੇ ਤੇ ਫਿਰ ਉਹ ਵੈਸਟਰਨ ਸਪੋਰਟਿਵ ਜਿਹੜੀ ਗਵਰਨਮੈਂਟ ਆ ਜੀ ਉੱਥੇ ਲਿਆਂਦੀ ਗਈ ਸੀ, ਉਦੋਂ ਤੋਂ ਰਸ਼ੀਆ ਜਿਹੜਾ ਜੀ ਕਾਫੀ ਇਸ ਤੋਂ ਪਰੇਸ਼ਾਨ ਵੀ ਆ ਤੇ ਉੱਥੇ ਆਪਣੀ ਫੇਵਰ ਦੀ ਦੁਬਾਰਾ ਜਿਹੜੀ ਇੱਕ ਤੇ ਗਵਰਨਮੈਂਟ ਬਣਾਉਣਾ ਚਾਹੁੰਦੇ ਨੇ, ਤੇ ਦੂਸਰਾ ਉਹ ਕ੍ਰਾਈਮੀਆ ਨੂੰ ਜਿਹੜਾ ਜੀ ਉਹਨਾਂ ਨੇ ਕਬਜ਼ੇ ਵਿੱਚ ਲਿਆ ਸੀਗਾ ਉਸ ਦੀ ਲੈਜੀਟੀਮੇਸੀ ਵੀ ਯੂਕਰੇਨ ਤੋਂ ਚਾਹੁੰਦੇ ਨੇ, ਤੇ ਇਸ ਦੇ ਨਾਲ ਹੀ ਜਿਹੜੇ ਦੋ ਖਿੱਤੇ ਉਹਨਾਂ ਨੇ ਹੁਣ ਉਹ ਵੱਖਰੇ ਦੇਸ਼ਾਂ ਵਜੋਂ ਰੈਕੋਗਨਾਈਜ਼ ਕੀਤੇ ਆ। ਕਹਿਣ ਦਾ ਮਤਲਬ ਇਹ ਆ ਵੀ ਜੇ ਯੂਕਰੇਨ ਉਹਨਾਂ ਦੀ ਪੰਜਾਲੀ ਹੇਠ ਨਹੀਂ ਆਉਂਦਾ ਤੇ ਉਹਦੇ ਟੁਕੜੇ ਕਰਨ ਤੱਕ ਜਿਹੜੀ ਆ ਉਹ ਗੱਲ ਜਾ ਸਕਦੀ ਆ। ਸੋ ਉਸ ਲਿਹਾਜ਼ ਨਾਲ ਹੁਣ ਜੋ ਉਹਨਾਂ ਨੇ ਕਰਨਾ ਸੀਗਾ ਜੀ ਕਰ ਲਿਆ ਜਾਂ ਅੰਡਰਵੇ ਆ ਉਹਨਾਂ ਦਾ ਮਿਲਟਰੀ ਆਪਰੇਸ਼ਨ, ਤੇ ਹੁਣ ਵੈਸਟ ਵੱਲੋਂ ਕੀ ਰਿਐਕਸ਼ਨ ਆਉਂਦਾ ਇਹ ਅਗਲੇ ਘੰਟਿਆਂ ਤੱਕ ਸਪਸ਼ਟ ਹੋਏਗਾ ਜੀ। ਔਰ ਕਿਉਂਕਿ ਰਸ਼ੀਆ ਦੇ ਨਾਲ ਭਾਰਤ ਦੇ ਕਾਫੀ ਚੰਗੇ ਗੂੜੇ ਸੰਬੰਧ ਨੇ, ਹਾਂਜੀ ਕੋਈ ਦੋ ਰਾਵਾ ਨਹੀਂ ਰੂਸ ਦੇ ਨਾਲ, ਲਗਾਤਾਰ ਹਮਲਾਵਰ ਹੋ ਰਿਹਾ ਰੂਸ, ਔਰ ਜੋ ਮਾਹੌਲ ਬਣਿਆ ਯੂਕਰੇਨ ਨੇ ਬੇਨਤੀ ਕੀਤੀ ਹੈ ਕਿਸਮ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਖਲ ਅੰਦਾਜ਼ੀ ਦੀ ਅਪੀਲ ਕੀਤੀ ਹੈ, ਤੇ ਉਹਨਾਂ ਦੀ ਚੁੱਪੀ ਬੜੇ ਸਵਾਲ ਪੈਦਾ ਜਿਹੜੇ ਨਹੀਂ ਉਠਾ ਰਹੀ ਹੈ ਕਿਉਂਕਿ ਅਜੇ ਚੁੱਪ ਨਹੀਂ ਹੋ। ਹਾਂਜੀ ਜੀ, ਕਿਉਂਕਿ ਉਹਨਾਂ ਨੇ ਤਾਂ ਵੈਸੇ ਹਾਲ ਦੀ ਘੜੀ ਇਹ ਲਾਈਨ ਅਪਣਾਈ ਸੀ ਕਿ ਜੇ ਉੱਥੇ ਸਿਚੁਏਸ਼ਨ ਵਿਗੜਦੀ ਆ ਤੇ ਜਿਹੜੇ ਇੰਡੀਅਨ ਸਿਟੀਜ਼ਨ ਆ ਉਹਨਾਂ ਦਾ ਨੁਕਸਾਨ ਨਾ ਹੋਵੇ। 20,000 ਦੇ ਕਰੀਬ ਜਿਹੜੇ ਉੱਥੇ ਹੋ ਸਕਦੇ ਆ ਉਹਨਾਂ ਨੂੰ ਨਿਕਲਣ ਲਈ ਉੱਥੋਂ ਕੱਢਣ ਲਈ ਜਿਹੜਾ ਜੀ ਉਹ ਏਅਰ ਇੰਡੀਆ ਦੇ ਪਲੇਨ ਵੀ ਲਾਏ ਗਏ ਸੀਗੇ। ਫਿਰ ਹੁਣ ਜਦੋਂ ਅਟੈਕ ਹੀ ਹੋ ਗਿਆ ਆਖਰੀ ਮੋਮੈਂਟ ਤੇ ਦੇਖਿਆ ਜੀ ਉਹ ਏਅਰ ਇੰਡੀਆ ਦਾ ਪਲੇਨ ਜਿਹੜਾ ਚੱਲਿਆ ਹੋਇਆ ਸੀਗਾ ਇੰਡੀਆ ਤੋਂ ਉਹ ਈਰਾਨ ਦੇ ਅਸਮਾਨਾਂ ਤੋਂ ਹੀ ਵਾਪਸ ਉਹਨੂੰ ਮੁੜਨਾ ਪੈ ਗਿਆ ਕਿਉਂਕਿ ਅਟੈਕ ਹੀ ਹੋ ਗਿਆ ਸੀਗਾ ਅੱਗੇ। ਸੋ ਇਸ ਕਰਕੇ ਲੱਗ ਰਿਹਾ ਵੀ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਭਾਰਤੀ ਨਾਗਰਿਕ ਆ ਜੀ ਉਹ ਯੂਕਰੇਨ ਦੇ ਵਿੱਚ ਫਸੇ ਕੇ ਰਹਿ ਗਏ ਨੇ, ਖਾਸ ਤੌਰ ਤੇ ਉਹਨਾਂ ਦੇ ਵਿੱਚ ਜਿਹੜੇ ਜੀ ਨੌਜਵਾਨ ਉਹ ਮੁੰਡੇ ਕੁੜੀਆਂ ਸਟੂਡੈਂਟਸ ਹੋ ਸਕਦੇ ਆ। ਸੋ ਕੁੱਲ ਮਿਲਾ ਕੇ ਸਾਰੇ ਯੂਕਰੇਨ ਦੇ ਵਿੱਚ ਹੀ ਹਫੜਾ ਦਫੜੀ ਹੈ। ਇਹ ਗੱਲ ਤੁਹਾਡਾ ਨੁਕਤਾ ਬਿਲਕੁਲ ਠੀਕ ਹੈ ਚਾਵਲਾ ਜੀ, ਤੇ ਇੰਡੀਆ ਤੇ ਨਜ਼ਰ ਜਿਹੜੀ ਆ ਜੀ ਉਹ ਯੂਕਰੇਨ ਦੀ ਵੀ ਲੱਗੀ ਹੋਈ ਹੈ, US ਦੀ ਵੀ ਲੱਗੀ ਹੋਈ ਹੈ, ਤੇ ਰਸ਼ੀਆ ਦੀ ਖੁਦ ਦੀ ਵੀ ਲੱਗੀ ਹੋਈ ਆ। ਤੇ ਸੋਵੀਅਤ ਯੂਨੀਅਨ ਦੇ ਸਮਿਆਂ ਤੋਂ ਹੀ ਇੰਦਰਾ ਗਾਂਧੀ ਪੰਡਿਤ ਜਵਾਹਰ ਨਹਿਰੂ ਦੇ ਸਮਿਆਂ ਤੋਂ ਜਾਂ ਪਹਿਲੇ 1947 ਤੋਂ ਬਾਅਦ ਸੋਵੀਅਤ ਯੂਨੀਅਨ ਦੇ ਖੇਮੇ ਦੇ ਵਿੱਚ ਆਪਾਂ ਜਾ ਕੇ ਡਿੱਗੇ ਸੀਗੇ ਜਦੋਂ ਤੋਂ, ਲੇਕਿਨ ਕਿ ਨਰਿੰਦਰ ਮੋਦੀ ਜਾਂ ਉਸ ਤੋਂ ਬਾਅਦ ਹੌਲੀ ਹੌਲੀ ਰਾਜੀਵ ਗਾਂਧੀ ਵੀ ਆਏ ਸੀਗੇ ਤੇ ਫਿਰ ਜਿਹੜਾ ਜੀ ਅਸੀਂ ਇਹ ਪਾਲਾ US ਵਾਲੇ ਪਾਸੇ ਨੂੰ ਵੀ ਜਿਹੜਾ ਜੀ ਆਪਣਾ ਉਹ ਨਿੱਘੇ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। ਹੁਣ ਫਿਰ ਡੋਨਲਡ ਟਰੰਪ ਦੇ ਏਰਾ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਵੈਸੇ ਅਲੱਗ ਥਲੱਗ ਹੈ ਹੁਣ ਹਾਲ ਦੀ ਘੜੀ ਜਦੋਂ ਤੋਂ ਜੋ ਬਾਈਡਨ ਆਏ ਆ, ਬਟ ਸਟਿਲ ਜਾਣੀ ਕਿ ਇਹ ਵੈਸਟਰਨ ਕੰਟਰੀਜ਼ ਦੇ ਲਈ ਜਿਹੜਾ ਸੌਫਟ ਕਾਰਨਰ ਹੈ ਨਰਿੰਦਰ ਮੋਦੀ ਹੋਣਾ ਦਾ ਉਹ ਰਿਹਾ ਹੀ ਹੈ। ਪਰ ਕੁੱਲ ਮਿਲਾ ਕੇ ਜਿਹੜੇ ਆਪਣੇ ਹਿਸਟੋਰਿਕ ਰਿਲੇਸ਼ਨਸ਼ਿਪ ਹੈਗੇ ਆ ਰਸ਼ੀਆ ਦੇ ਨਾਲ ਲੱਗ ਰਿਹਾ ਵੀ ਇੰਡੀਆ ਉਸ ਨੂੰ ਵੀ ਨਹੀਂ ਗਵਾਉਣਾ ਚਾਹੁੰਦਾ। ਸੋ ਹਾਲ ਬਿਲਕੁਲ ਇੰਡੀਆ ਜੇ ਵੇਖਿਆ ਜਾਵੇ ਜੇ ਵਰਲਡ ਵਾਰ ਵਾਲੇ ਪਾਸੇ ਨੂੰ ਵੱਧ ਇੱਕ ਪਾਸੇ ਇੰਡੀਆ ਦੇ ਬੈਠਾ ਚਾਈਨਾ ਜੋ ਦੜਾਦੜ ਇਲਾਕਾ ਮੱਲੀ ਆਉਂਦਾ, ਇੱਥੇ ਵੀ ਤਾਂ ਇਲਾਕੇ ਦੀ ਲੜਾਈ ਹੈ, ਉਧਰ ਬੈਠਾ ਪਾਕਿਸਤਾਨ ਜਿਹਦੀ ਅੰਦਰ ਖਾਤੇ ਜਿਹੜੀ ਹੁਣ ਜਿੱਦਾਂ ਵੇਖਿਆ ਜਾਵੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਇਹਨਾਂ ਦਿਨਾਂ ਦੇ ਖਾਸ ਤੌਰ ਤੇ ਉੱਥੇ ਜੰਗ ਲੱਗੀ ਹੈ ਤੇ ਉੱਥੋਂ ਦਾ ਦੌਰਾ ਜਿਹੜਾ ਹੈ ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਦੇਖੋ ਜੀ ਲੱਗ ਰਿਹਾ ਵੀ ਉਹ ਕੋਈ ਆਪਣੀ ਬ੍ਰੋਕਰ ਵਜੋਂ ਸ਼ਾਇਦ ਕੋਈ ਭੂਮਿਕਾ ਅਦਾ ਕਰਨਾ ਚਾਹੁੰਦੇ ਆ ਵੀ ਪਾਕਿਸਤਾਨ ਆ ਜਿਹੜਾ ਜੀ ਉਹ US ਸਾਈਡ ਤੋਂ ਅਲੱਗ ਥਲੱਗ ਹੋਣ ਕਰਕੇ ਤੇ ਚਾਈਨਾ ਦੇ ਨਾਲ ਜ਼ਿਆਦਾ ਨੇੜਤਾ ਵਧੀ ਹੋਈ ਹੋਣ ਕਰਕੇ ਤੇ ਇਹੋ ਜਿਹੇ ਔਖੇ ਸਮੇਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਮੀਡੀਓਕਰ ਦਾ ਰੋਲ ਆ ਜਿਹੜਾ ਉਹ ਅਦਾ ਕਰਨ ਦੀ ਆਫਰ ਲੈ ਕੇ ਸ਼ਾਇਦ ਉੱਥੇ ਗਏ ਹੋ ਸਕਦੇ ਆ ਇਮਰਾਨ ਖਾਨ ਸਾਹਿਬ। ਪਰ ਉਹਨਾਂ ਦੀ ਫੇਰੀ ਤੋਂ ਤੁਰੰਤ ਬਾਅਦ ਹੀ ਜਿਹੜਾ ਜੀ ਇਸ ਤਰੀਕੇ ਦਾ ਇਹ ਅਟੈਕ ਹੋਣਾ ਲੱਗ ਨਹੀਂ ਰਿਹਾ ਕਿ ਬਹੁਤੇ ਵਲਾਦੀਮੀਰ ਪੁਤਿਨ ਆ ਜਿਹੜਾ ਜੀ ਇਹ ਕੋਈ ਸਲਾਹ ਮਸ਼ਵਰੇ ਵਾਲੇ ਪਾਸੇ ਨੂੰ ਪੈਣ ਦੇ ਸਟਾਈਲ ਦੇ ਵਿੱਚ ਹਾਲ ਦੀ ਘੜੀ ਹੈਗੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਕਿ ਪਾਕਿਸਤਾਨ ਨੂੰ, ਕਿਉਂਕਿ ਆਖਰ ਇਹ ਗੱਲ ਜਿਹੜੀ ਟੇਬਲ ਤੇ ਬੈਠ ਕੇ ਹੀ ਮੁੱਕਣੀਆਂ, ਸੰਸਾਰ ਜੰਗਾਂ ਵੀ ਜੇ ਲੱਗੀਆਂ ਸੀਗੀਆਂ ਤੇ ਅਖੀਰ ਤੇ ਟੇਬਲ ਤੇ ਗੱਲ ਬਿਲਕੁਲ ਜਦੋਂ ਭਾਰਤ ਦੀ ਲੱਗੀ ਸੀ ਬੰਗਲਾਦੇਸ਼ ਬਣਿਆ ਉਦੋਂ ਵੀ ਚਲੋ ਉਹ ਗ੍ਰਿਫਤਾਰੀਆਂ ਕਾਫੀ ਸਾਰੇ ਫੌਜੀ ਜਵਾਨ ਪਾਕਿਸਤਾਨ ਦੇ ਜਿਹੜੇ ਆ ਜੀ ਉਹ ਇੱਥੇ ਬੰਦੀ ਬਣਾ ਲਏ ਗਏ ਸੀਗੇ ਇੰਡੀਆ ਦੇ ਵਿੱਚ, ਬਾਅਦ ਚ ਉਹਨਾਂ ਨੂੰ ਰਿਹਾ ਵੀ ਕੀਤਾ ਗਿਆ ਪਰ ਗੱਲ ਟੇਬਲ ਤੇ ਬਹਿ ਕੇ ਮੁੱਕੀ ਸੀਗੀ। ਆਉਣਗੇ ਤਾਂ ਇਹ ਵੀ ਐਟ ਦਾ ਐਂਡ ਟੇਬਲ ਤੇ ਹੀ, ਤੇ ਉਦੋਂ ਤੱਕ ਲੱਗ ਨਹੀਂ ਰਿਹਾ ਵੀ ਪਾਕਿਸਤਾਨ ਦੀ ਕੋਈ ਬਹੁਤੀ ਭੂਮਿਕਾ ਇਸ ਕੰਮ 'ਚ ਰਹਿ ਜਾਣੀ ਹੈ। ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਤੇ ਅਮਰੀਕਾ ਦਾ ਰਾਸ਼ਟਰਪਤੀ ਜਿਹਨੂੰ ਤੁਸੀਂ ਥਾਣੇਦਾਰ ਵੀ ਕਹਿ ਕੇ ਹਟੇ ਹੋ, ਜੋ ਬਾਈਡਨ ਨਹੀਂ ਥਾਣੇਦਾਰ, ਅਮਰੀਕਾ ਦਾ ਜਿਹੜਾ ਪ੍ਰਭਾਵ ਆ ਦੁਨੀਆ ਦੇ ਉੱਤੇ ਉਹ ਥਾਣੇਦਾਰੀ ਵਾਲਾ ਹੈ। ਬਿਨਾਂ ਪ੍ਰਕਾਰ ਤੇ ਹਮਲਾ ਕਰਨ ਦੇ ਰੂਸ ਦੇ ਇਰਾਦੇ ਦੀ ਨਿੰਦਾ ਕੀਤੀ ਹੈ ਔਰ ਬਾਈਡਨ ਤਾਂ ਅਗਾਂਹ ਵਧੇ, ਰਾਤੀ ਉਹਨਾਂ ਨੇ ਕਿਹਾ ਸੀਗਾ ਕਿ ਪੁਤਨ ਖੁਦ ਨੂੰ ਖੁਦਾ ਨਾ ਮੰਨਣ, ਭਗਵਾਨ ਨਾ ਮੰਨਣ।
ਮੰਨਦੇ ਤੇ ਆ ਰਹੇ ਆ, ਪਰ ਉਹਨਾਂ ਦੇ ਕਹਿ ਲਓ ਵੀ ਹੁਣ ਇੰਨਾ ਕੁ ਸਟਰੋਂਗ ਆਪਣੇ ਆਪ ਨੂੰ ਸਮਝਦੇ ਆ ਵੀ ਸਾਰੀ ਉਮਰ ਇੱਕ ਤੇ ਉਹਨਾਂ ਨੂੰ ਚਿੰਤਾ ਨਹੀਂ ਹੈ, ਉਹਨਾਂ ਨੂੰ ਤੇ ਚੀਨ ਦੇ ਰਾਸ਼ਟਰਪਤੀ ਨੂੰ ਵੀ ਅਸੀਂ ਕੋਈ ਇਲੈਕਸ਼ਨ ਵੀ ਲੜਨੀ ਹੈ, ਅਸੀਂ ਕੋਈ ਗੱਦੀ ਤੋਂ ਲੱਥ ਕੇ ਸੜਕਾਂ ਤੇ ਡੋਰ ਟੂ ਡੋਰ ਵੀ ਜਾਣਾ, ਵੋਟਾਂ ਵੀ ਮੰਗਣੀਆਂ, ਵੀ ਸਾਰੀ ਉਮਰ ਜਿੰਨਾ ਚਿਰ ਜੀਂਦੇ ਆ ਪ੍ਰੈਜ਼ੀਡੈਂਟ ਹੀ ਰਵਾਂਗੇ, ਹਨਾ। ਪਹਿਲੀ ਗੱਲ ਤੇ ਉਹਨਾਂ ਨੇ ਇਹ ਕੰਮ ਮੁਕਾ ਲਿਆ ਹੋਇਆ ਆਪਣਾ। ਹੁਣ ਜੋ ਕੁਝ ਕਰਨਗੇ ਜਾਣੀ ਕਿ ਸਦਾਮ ਹੁਸੈਨ ਤੇ ਗਦਾਫੀ ਹੋਣਾ ਵਾਂਗੂ ਵੀ ਜਾਣੀ ਸਾਰੀ ਉਮਰ ਜਿੰਨਾ ਚਿਰ ਜੀਂਦੇ ਆ ਉਹਨਾਂ ਚਿਰ ਬੈਠੇ ਆ ਗੱਦੀ ਤੇ। ਸੋ ਉਸ ਲਿਹਾਜ਼ ਨਾਲ ਲੱਗ ਰਿਹਾ ਜੀ ਵੀ ਹੁਣ ਕਾਫੀ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਵੀ ਜਦੋਂ ਸੋਵੀਅਤ ਯੂਨੀਅਨ ਟੁੱਟਾ ਸੀਗਾ, ਉਸ ਤੋਂ ਬਾਅਦ ਜਿਹੜਾ ਜੀ ਵੀ ਬੋਰਿਸ ਯੈਲਸਿਨ ਜਿਹੜੇ ਆ ਜੀ ਵੀ ਉਹ ਸਟਰੋਂਗ ਪ੍ਰੈਜ਼ੀਡੈਂਟ ਦੇ ਰੂਪ ਦੇ ਵਿੱਚ ਰਸ਼ੀਆ ਦੇ ਵਿੱਚ ਹੋਣ ਦੇ ਵਿੱਚ ਸਾਹਮਣੇ ਆਏ ਸੀਗੇ, ਪਰ ਉਹ ਕਾਫੀ ਨਰਮ ਉਹਨਾਂ ਨੇ ਸੁਰ ਰੱਖਿਆ, ਵੈਸਟ ਦੇ ਨਾਲ ਆਪਣਾ ਸੁਰ ਥੋੜਾ ਜਿਹਾ ਰਲਾਉਣ ਦੀ ਕੋਸ਼ਿਸ਼ ਕੀਤੀ ਉਦੋਂ। ਲੇਕਿਨ ਕਿ ਜਿਹੜੀ ਵੀ ਇਹ KGB ਦਾ ਹਿੱਸਾ ਵੀ ਰਹੇ ਆ ਵਲਾਦੀਮੀਰ ਪੁਤਿਨ ਉਹਨਾਂ ਦੇ ਅੰਡਰ ਕੰਮ ਕਰਦੇ ਹੁੰਦੇ ਸੀਗੇ ਬੋਰਿਸ ਯੈਲਸਿਨ ਦੇ ਇਹ, ਹਨਾ। ਸੋ ਬੋਰਿਸ ਯੈਲਸਿਨ ਤੋਂ ਬਾਅਦ ਰਸ਼ੀਆ ਦੇ ਕਹਿ ਲਓ ਜਾਂ ਉਹਨਾਂ ਦੇ ਉੱਤਰਾਧਿਕਾਰੀ ਇਹ ਵਲਾਦੀਮੀਰ ਪੁਤਿਨ ਜਿਹੜੇ ਆ ਉਹ ਬਣ ਕੇ ਸਾਹਮਣੇ ਆਏ, ਜਿਨ੍ਹਾਂ ਨੇ ਜਾਣੀ ਕਿ ਪਿਛਲੇ ਡੇਢ ਕੁ ਦਹਾਕੇ ਦੇ ਵਿੱਚ ਆਪਣੇ ਆਪ ਨੂੰ ਬੜਾ ਸੰਭਾਲ ਕੇ ਆਪਾਂ ਦੇਖਦੇ ਰਹੇ ਹਾਂ ਕਿ G7 ਮੀਟਿੰਗਸ ਤੱਕ ਉਹ ਜੋ ਉਹਨਾਂ ਦੀ ਸ਼ਮੂਲੀਅਤ ਰਹੀ ਆ, ਹਨਾ। ਸੋ ਲੱਗ ਰਿਹਾ ਬੜੇ ਮਸਕੀਨ ਜਿਹੇ ਹੋ ਕੇ ਉਹਨਾਂ ਨੇ ਆਪਣੇ ਆਪ ਦੇ ਵਿੱਚ ਆਪਣੇ ਦੇਸ਼ ਨੂੰ, ਆਪਣੀ ਮਿਲਟਰੀ ਨੂੰ ਜਿਹੜਾ ਜੀ ਪੀ ਉਹ ਬਿਲਡ ਕਰਨਾ ਜਾਰੀ ਰੱਖਿਆ, ਤੇ ਹੁਣ ਇੱਕ ਐਸੀ ਸਥਿਤੀ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਮੈਂ ਵੈਸਟ ਨੂੰ ਆਪਣੇ ਦੰਦ ਜਿਹੜੇ ਉਹ ਦਿਖਾ ਸਕਦਾ ਹਾਂ। ਸੋ ਹਾਲ ਦੀ ਘੜੀ ਆਪਣੇ ਆਪ ਦੇ ਵਿੱਚੋਂ ਇੱਕ ਮਜ਼ਬੂਤ ਆਗੂ ਵਜੋਂ ਇੱਕ ਪੂਰੀ ਧਿਰ ਜਿਹੜੀ ਆ ਜੀ ਪੀ ਉਹ ਅਮਰੀਕਾ ਦੇ ਬਰਾਬਰ ਖੜੀ ਕਰਨ ਦੇ ਰੌਂਦ ਵਿੱਚ ਲੱਗਦੇ ਆ। ਅੱਛਾ, ਚਲੋ ਗੱਲ ਕਰੀਏ ਤਾਂ ਜਿਹੜੀ ਹੈ ਸਾਡੇ ਇੱਥੇ ਜਿਹੜੇ ਵਰਕ ਪਰਮਿਟ, ਹਾਂਜੀ, ਸਾਡੇ ਜਿਹੜੀ ਇਮੀਗ੍ਰੇਸ਼ਨ ਪ੍ਰਣਾਲੀ ਹੈ ਉਹ ਬੜੀ ਸੁਸਤ ਹੋਈ ਹੈ। ਇਕੱਲੀ ਇਮੀਗ੍ਰੇਸ਼ਨ ਪ੍ਰਣਾਲੀ ਨਹੀਂ, ਸਾਡੇ ਲੋਕਲ ਜਿਹੜੇ ਮਸਲੇ ਨੇ ਜਿਨ੍ਹਾਂ ਦੇ ਫੈਸਲੇ ਲੈਣੇ ਨੇ ਸਰਕਾਰਾਂ ਦੇ ਕਰਿੰਦਿਆਂ ਨੇ ਘਰਾਂ 'ਚ ਬੈਠੇ ਕੱਛੇ ਪਾ ਕੇ ਕੰਮ ਕਰੀ ਜਾਂਦੇ ਨੇ, ਕੰਮ ਕਰਦੇ ਜਾਂ ਨਹੀਂ ਕਰਦੀ, ਬੱਚੇ ਖੜਾਈ ਜਾਂਦੇ, ਹਾਂਜੀ, ਫਾਈਲਾਂ ਹੀ ਨਹੀਂ ਮੂਵ ਕਰਦੇ, ਸਰਕਾਰ ਜੀ ਸੁੱਤੀ ਹੈ। ਚੋਣਾਂ ਆ ਰਹੀਆਂ ਨੇ, ਅੱਜ ਤਾਂ ਮੈਂ 98 ਦਿਨ ਰਹਿ ਗਏ, ਹਾਂਜੀ। ਖੈਰ ਹਿੱਲਣਗੇ ਥੋੜ੍ਹੇ ਬਹੁਤੇ, ਹਿਲਾਉਣਾ ਪੈਣਾ ਇਹਨਾਂ ਨੂੰ। ਪਰ ਜਿਹੜੀ ਆਪਾਂ ਗੱਲ ਕਰੀਏ ਜੋ ਫੈਡਰਲਿਜ਼ਮ ਦੀ ਆਪਾਂ ਗੱਲ ਕਰੀਏ ਤਾਂ ਵਰਕ ਪਰਮਿਟ ਨਾਲ ਥੋੜ੍ਹੀ ਜਿਹੀ ਤੇਜ਼ੀ ਆਉਣ ਦੀ ਕਹਿੰਦੇ ਸੰਭਾਵਨਾ ਵਧੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਵੈਸੇ ਕੁੱਲ ਮਿਲਾ ਕੇ ਜਿਹੜਾ ਇਹ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਦੇ ਵਿੱਚ ਪ੍ਰੋਸੈਸਿੰਗ ਟਾਈਮਸ ਆ ਜਿਹੜਾ ਜੀ ਪੀ ਇਹ ਘਟਾਉਣ ਦਾ, ਜਾਂ ਫਿਰ ਜਿਹੜੇ ਸਟੈਂਡਰਡਸ IRCC ਦੇ ਵੱਲੋਂ ਚਾਵਲਾ ਜੀ ਮਿੱਥੇ ਗਏ ਆ ਵੀ ਉਹ ਨਿਯਮਿਤ ਸਮੇਂ ਦੇ ਵਿੱਚ ਐਪਲੀਕੇਸ਼ਨਸ ਪ੍ਰੋਸੈਸ ਕਰਨ, ਤਾਂ ਕਿ ਵੀ ਕੋਵਿਡ ਦੇ ਦੌਰਾਨ ਜਿਹੜੀਆਂ ਰੁਕਾਵਟਾਂ ਪਈਆਂ ਵੀ ਸਟਾਫ ਸਾਰਾ ਘਰੋਂ ਘਰੀ ਸੀਗੇ, ਮਨਮਰਜ਼ੀ ਨਾਲ ਹੀ ਕੰਮ ਚੱਲੇ ਜਾਂ ਨਹੀਂ ਚੱਲੇ, ਇਸ ਕਰਕੇ ਐਪਲੀਕੇਸ਼ਨ ਦਾ ਲੇਕਿਨ ਕਿ ਜਿਹੜੀਆਂ ਰੈਗੂਲਰਲੀ ਉਹ ਫਾਈਲ ਹੁੰਦੀਆਂ ਰਹੀਆਂ। ਤਦ ਕਰਕੇ ਆਪਾਂ ਦੇਖਦੇ ਹਾਂ ਵੀ 18 ਲੱਖ ਤੋਂ ਐਪਲੀਕੇਸ਼ਨ ਜਿਹੜੀਆਂ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਉਹ ਵੇਟ ਕਰ ਰਹੀਆਂ ਆ। ਇੱਦਾਂ ਹੀ ਜਿਹੜਾ ਜੀ ਪੀ ਆਪਾਂ ਦੇਖ ਰਹੇ ਹਾਂ ਐਕਸਪ੍ਰੈਸ ਐਂਟਰੀਜ਼ ਦੇ ਵਿੱਚ ਅੰਬਾਰ ਲੱਗੇ ਹੋਏ ਆ, ਜਿਹੜੇ ਕਿ ਸਕਿਲਡ ਵਰਕਰ ਕੈਟਾਗਰੀ ਦੇ ਵਿੱਚ ਲੋਕ ਹੈਗੇ ਆ, ਇਸ ਮੁਲਕ ਦੇ ਵਿੱਚ ਆ ਕੇ ਆਪਣਾ ਜੀਵਨ ਜਿਹੜਾ ਜੀ ਪੀ ਉਹ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੇ ਨੇ। ਸੋ 2,10,000 ਤੋਂ ਜ਼ਿਆਦਾ ਜਿਹੜੇ ਜੀ ਪੀ ਉਹ ਪ੍ਰੋਫਾਈਲਸ ਹੋ ਸਕਦੇ ਨੇ। ਬੜੇ ਨਿਕਟ ਭਵਿੱਖ ਦੇ ਵਿੱਚ ਉਹਨਾਂ ਦੇ ਵਿੱਚੋਂ ਵੀ ਜਿਹੜਾ ਜੀ ਪੀ ਡਰਾਜ਼ ਆ ਉਹ ਨਿਕਲਣੇ ਸ਼ੁਰੂ ਹੋ ਜਾਣੇ ਆ, ਜੋ ਕਿ ਇਮੀਗ੍ਰੇਸ਼ਨ ਮਿਨਿਸਟਰ ਸ਼ਾਮ ਫਰੇਜ਼ਰ ਉਹਨਾਂ ਨੇ ਖੁਦ ਵੀ ਕਨਫਰਮ ਕੀਤਾ। ਉਹਨਾਂ ਨੇ ਇਹ ਵੀ ਕਨਫਰਮ ਕੀਤਾ ਵੀ ਅਸੀਂ ਜਿਹੜਾ ਸਾਡੀ ਇੱਥੇ ਕੋਵਿਡ ਤੋਂ ਬਾਅਦ ਜਿਹੜੀ ਇਕੋਨਮੀ ਆ, ਸਾਡੇ ਇੱਥੇ ਵਰਕਰ ਜਿਹੜੇ 9 ਲੱਖ ਦੇ ਕਰੀਬ ਪੋਸਟਾਂ ਮਤਲਬ ਹਨ ਦੇਸ਼ ਭਰ ਦੇ ਵਿੱਚ, ਪਰ ਉਹ ਭਰਨ ਦੇ ਲਈ ਵਰਕਰ ਸਾਨੂੰ ਨਹੀਂ ਲੱਭ ਰਹੇ ਵਿਦ ਇਨ ਕੈਨੇਡਾ, ਤੇ ਅਸੀਂ ਫੋਰਨ ਵਰਕਰਸ ਆ ਜਿਹੜੇ ਇੰਟਰਸਟਡ ਹੋਣਗੇ ਇੱਥੇ ਆਉਣ ਦੇ ਲਈ, ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨ ਆ ਜੀ ਕਿ ਇਹ ਫਾਸਟ ਪੇਸ ਤੇ ਜਿਹੜੀਆਂ ਪ੍ਰੋਸੈਸ ਕਰਨੀਆਂ ਉਹ ਸ਼ੁਰੂ ਕਰ ਦੇਣੀਆਂ ਆ। ਸੋ ਕੁੱਲ ਮਿਲਾ ਕੇ ਇਹ ਆ ਜੀ ਕਿ ਜਦੋਂ ਕੋਈ ਕੈਨੇਡਾ ਚੋਂ ਅਪਲਾਈ ਕਰਦੇ ਨੇ ਵਰਕ ਪਰਮਿਟ ਵਾਸਤੇ 2 ਮਹੀਨਿਆਂ ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਆ ਵਰਕ ਪਰਮਿਟ ਦੀ ਪ੍ਰੋਸੈਸ ਹੋ ਜਾਣੀ ਚਾਹੀਦੀ ਆ। ਬਾਹਰਲੇ ਮੁਲਕਾਂ ਤੋਂ ਜਿਹੜੇ ਅਪਲਾਈ ਕਰਦੇ ਨੇ ਉਹ 3 ਮਹੀਨਿਆਂ 'ਚ 120 ਦਿਨਾਂ ਦੇ ਵਿੱਚ ਪ੍ਰੋਸੈਸ ਚਾਵਲਾ ਜੀ ਹੋ ਜਾਣੀ ਚਾਹੀਦੀ ਆ। ਸੋ ਇਹ ਜਿਹੜੇ ਮਤਲਬ ਸਟੈਂਡਰਡ ਮਿੱਥੇ ਗਏ ਆ IRCC ਦੇ ਵੱਲੋਂ ਵੀ ਇਹਨਾਂ ਦੇ ਵਿੱਚ ਜਿਹੜੀਆਂ ਇਹ ਐਪਲੀਕੇਸ਼ਨਸ ਪ੍ਰੋਸੈਸ ਹੋਣੀਆਂ ਸ਼ੁਰੂ ਹੋ ਜਾਣ, ਇਸ ਤੇ ਜਿਹੜਾ ਕੰਮ ਕੀਤਾ ਜਾ ਰਿਹਾ। ਮਿਨਿਸਟਰ ਨੇ ਖੁਦ ਕਿਹਾ ਜਿਹੜਾ ਕਿ ਪਿਛਲੇ ਸਾਲ ਨਵੰਬਰ ਦੇ ਵਿੱਚ ਫੈਡਰਲ ਗਵਰਨਮੈਂਟ ਨੇ $85 ਮਿਲੀਅਨ ਦੀ ਜਿਹੜੀ ਸਪੈਸ਼ਲ ਗ੍ਰਾਂਟ ਆ ਇਹ ਰੱਖੀ ਸੀਗੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਲਈ, ਖਾਸ ਤੌਰ ਤੇ ਜਿਹੜਾ ਸਾਰੇ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਲਈ, ਕੰਪਿਊਟਰਾਈਜੇਸ਼ਨ ਕਰਨ ਦੇ ਲਈ। ਉਹ ਜਿਹੜੀ ਗ੍ਰਾਂਟ ਆ ਜੀ ਪੀ ਵਰਤੀ ਜਾ ਰਹੀ ਆ, ਜਿਹਦੇ ਵਿੱਚ ਕਿ ਵੀ ਇਹ ਪ੍ਰੋਸੈਸਿੰਗ ਟਾਈਮ ਆ ਜਿਹੜਾ ਜੀ ਪੀ ਇਹ ਨੋਰਮਲ ਕੀਤਾ ਜਾਣਾ ਸਾਰੀਆਂ ਹੀ ਤਰ੍ਹਾਂ ਦੀਆਂ ਐਪਲੀਕੇਸ਼ਨ ਦੀਆਂ, ਜਿਹਦੇ ਵਿੱਚ ਕਿ ਇਹ ਵਰਕ ਪਰਮਿਟ ਦੀਆਂ ਐਪਲੀਕੇਸ਼ਨ ਸ਼ਾਮਲ ਨੇ। ਸੋ ਬਹੁਤ ਵੱਡੇ ਅੰਬਾਰ ਜਿਹੜੇ ਜੀ ਲਗਭਗ ਹਰ ਕੈਟਾਗਰੀ ਦੇ ਵਿੱਚ ਲੱਗੇ ਹੋਏ ਨੇ, ਜਿਹਦੇ ਵਿੱਚ ਕਿ ਵੱਡੀ ਤਾਦਾਦ ਦੇ ਵਿੱਚ ਸਿਟੀਜ਼ਨਸ਼ਿਪ ਦੀਆਂ ਐਪਲੀਕੇਸ਼ਨਸ ਵੀ ਹੈਗੀਆਂ, PR ਦੀਆਂ ਐਪਲੀਕੇਸ਼ਨਸ ਵੀ ਹੈਗੀਆਂ। ਪਰ ਜਿਹੜੇ ਟੈਂਪੋਰੇਰਲੀ ਲੋਕ ਜਿਹੜੇ ਜੀ ਇਸ ਮੁਲਕ ਦੇ ਵਿੱਚ ਆਉਣਾ ਚਾਹੁੰਦੇ ਆ, ਵਿਜ਼ਿਟਰਸ ਦਾ, ਸੁਪਰ ਵੀਜ਼ਾ ਦਾ, ਹਰ ਤਰ੍ਹਾਂ ਜਿੱਦਾਂ ਕਿਸੇ ਨੂੰ ਵੀ ਅਪਰਚੁਨਿਟੀ ਜਿਹੜੀ ਮਿਲ ਸਕਦੀ ਹੈ, ਆਪੋ ਆਪਣੇ ਕਹਿ ਲਓ ਵੀ ਯੋਗਤਾ ਦੇ ਲਿਹਾਜ਼ ਨਾਲ ਲੋਕ ਕੈਟਾਗਰੀ ਚੁਣਨ ਦੀ ਕੋਸ਼ਿਸ਼ ਕਰਦੇ ਨੇ। ਸੋ ਉਸ ਲਿਹਾਜ਼ ਨਾਲ ਵਰਕ ਪਰਮਿਟ ਜਿਹੜੇ ਜੀ ਪੀ ਇਹ ਖਾਸ ਤੌਰ ਤੇ ਵੀ ਕੈਨੇਡੀਅਨ ਇਕੋਨਮੀ ਜਿਹੜੀ ਆ ਕੋਵਿਡ ਤੋਂ ਬਾਅਦ ਰਿਕਵਰ ਕਰ ਸਕੇ ਪ੍ਰੋਪਰਲੀ, ਉਹਦੇ ਵਿੱਚ ਪ੍ਰੋਸੈਸਿੰਗ ਜਿਹੜੀ ਆ ਉਹ ਫਾਸਟਰ ਕੀਤੀ ਜਾ ਰਹੀ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਵਜ਼ੀਰ ਜੀ, ਬਿੰਦ ਵਿੱਚੋਂ ਵੀ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸਤਿ ਸ਼੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।